शेयर करदा भैया वाईफाई लिया, नेट नहीं है बाहर, इधर वाईफाई चल रहा है। मन्नू मन्नू तुसी एक्सप्लेन कर दो, बोल दो मतलब लाग नाम भी बोल दो जत्थे दा। वाहिगुरू जी का खालसा वाहिगुरू जी की फतेह। तो अज जिवें कि दबलैड़ की संगत ने गुरुद्वारा साहब दबलैड़ तो नगर कीर्तन कढ़िया, जो कि दबलैड़ तो होंदे हुए कीर पिंड तो होंदे हुए तो वाकई शाम को दबलैड़ विखे समाप्ति होगी। आप जी देख रहे हो इस वक्त गतका प्रदर्शन, जांबाज गतका अखाड़ा हैडकुआटर मीरा साहब मरालिया का दबलैड़ का जत्था जो कि इतने शस्त्र विद्या का प्रदर्शन कर रहा है। बहुत जरूरी है अज साडे नौजवानों सिख शस्त्र विद्या के नाल जोड़न का। सिख शस्त्र विद्या सानू ना ही सिर्फ शरीरक तौर पर बल्कि मानसिक तौर पर दिमागी तौर पर भी हेल्दी तो सुचज्जे बनाती है। जिथे साडी विरासत है, जिथे साडी शरीर की तंदुरुस्ती है, उत्थे किते ना किते सानू अपने सिख इतिहास के नाल वीरता के नाल बाणी ते बाणे दे नाल जोड़दी है। जो अज दे अजोकी समय दे विच असी नशे की गल कर रहे हैं कि घर घर के अंदर नशा जा रहा है, नशा पहुँच रहा है। समूह संगत नूं बेनती है जिथे किते गुरु नानक नाम लेवा संगत सुन रही है तो सिख शस्त्र विद्या का प्रदर्शन देख रही है, अपने बच्चों नूं सिख शस्त्र विद्या नाल जोड़न की कृपालता करो जी। वाहिगुरू जी का खालसा वाहिगुरू जी की फतेह। तो ये शस्त्र विद्या का प्रदर्शन सीगा जांबाज खालसा गतका अखाड़ा ते समूह संगत जी नूं बेनती है कि कल सवेरे 3 बजे DGPC गुरुद्वारा प्रबंधक कमेटी जम्मू वालों विशाल नगर कीर्तन जो कि गुरुद्वारा गुरु नानक देव जी महारानी चांद कौर विखे तो चल के समाप्ति गुरुद्वारा गुरु नानक नगर
ਵਿਖੇ ਹੋਵੇਗਾ। ਰੂਟ ਦੇ ਵਿੱਚ ਜਿਹੜੀ ਬਦਲਾਅ ਹੋਇਆ ਹੈ ਉਹ ਆਪ ਸਮੂਹ ਸੰਗਤ ਜੀ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਇਸ ਵਾਰ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਡੋਗਰਾ ਚੌਕ ਤੋਂ ਪੁਲਿਸ ਲਾਈਨ, ਬਾਬਾ ਫਤਿਹ ਸਿੰਘ ਗੁਰਦੁਆਰਾ ਤੋਂ ਗੋਲ ਮਾਰਕੀਟ ਤੇ ਉੱਥੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਨਗਰ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਕੇ ਸਮਾਪਤ ਹੋਏਗਾ। ਨਗਰ ਕੀਰਤਨ ਇਸ ਵਾਰੀ ਸ਼ਿਵਾਜੀ ਚੌਕ ਨੂੰ ਨਾ ਜਾਂਦਾ ਹੋਇਆ ਗੋਲ ਮਾਰਕੀਟ ਤੋਂ ਸਿੱਧਾ ਸਿੰਘ ਸਭਾ ਗੁਰਦੁਆਰਾ ਨਾਨਕ ਨਗਰ ਵਿਖੇ ਸਮਾਪਤ ਹੋਏਗਾ। ਸੋ ਸਮੂਹ ਨਗਰ ਨਿਵਾਸੀ ਜੰਮੂ ਡਿਸਟ੍ਰਿਕਟ ਦੀ ਨੇੜੇ ਤੇੜੇ ਦੇ ਪਿੰਡਾਂ ਸ਼ਹਿਰਾਂ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ 10 ਵਜੇ ਗੁਰਦੁਆਰਾ ਮਹਾਰਾਣੀ ਚਾਂਦ ਕੌਰ ਗੁਰੂ ਨਾਨਕ ਨਗਰ ਤੋਂ ਨਗਰ ਕੀਰਤਨ 10 ਵਜੇ ਸਟਾਰਟ ਹੋਣਾ ਹੈ, ਜਿੱਥੇ ਆਪ ਸਭ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਭਰਨੀ ਹੈ ਜੀ। ਦੂਸਰਾ ਇੱਕ ਬੇਨਤੀ ਹੈ ਸਮੂਹ ਗੱਤਕਾ ਅਖਾੜਿਆਂ ਨੂੰ ਜਿਹੜੇ ਵੀ ਨਗਰ ਕੀਰਤਨ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਕੱਲ ਦੇ ਨਗਰ ਕੀਰਤਨ ਵਿੱਚ ਜਿਹੜਾ DGPC ਵੱਲੋਂ ਹੋ ਰਿਹਾ ਹੈ ਉਸ ਨਗਰ ਕੀਰਤਨ ਦੇ ਵਿੱਚ ਆਉਣ ਵਾਲੇ ਗੱਤਕਾ ਪਾਰਟੀਆਂ ਨੂੰ ਬੇਨਤੀ ਹੈ ਬਾਬਾ ਨਰਿੰਦਰ ਸਿੰਘ ਜੀ ਨਿਹੰਗ ਸਿੰਘ ਹੋਰਾਂ ਪਾਸੋਂ ਉਹਨਾਂ ਨੂੰ ਉਹਨਾਂ ਦਾ ਸੀਰੀਅਲ ਨੰਬਰ 9:30 ਵਜੇ ਮਹਾਰਾਣੀ ਚਾਂਦ ਕੌਰ ਗੁਰਦੁਆਰਾ ਸਾਹਿਬ ਵਿਖੇ ਮਿਲੇਗਾ। ਉਸ ਤੋਂ ਬਾਅਦ DGPC ਵੱਲੋਂ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿਸੇ ਕਿਸਮ ਦੀ ਸਟੰਟਬਾਜ਼ੀ, ਮੂੰਹ ਵਿੱਚ ਤੇਲ ਪਾ ਕੇ ਅੱਗ ਕੱਢਣਾ, ਬਰਫ਼ ਦੀ ਸਿੱਲੀਆਂ ਤੋੜਨਾ, ਟਿਊਬ ਲਾਈਟਾਂ ਤੋੜਨਾ, ਕਿਸੇ ਕਿਸਮ ਦੀ ਸਟੰਟਬਾਜ਼ੀ ਦਾ ਕੋਈ ਸਥਾਨ ਨਹੀਂ ਹੈ। ਜਿਹੜੇ ਵੀ ਗੱਤਕਾ ਅਖਾੜਾ ਐਸੀ ਕੋਈ ਸਟੰਟਬਾਜ਼ੀ ਕਰਨਗੇ DGPC ਵੱਲੋਂ ਉਹਨਾਂ ਨੂੰ ਬੈਨ ਕੀਤਾ ਜਾਏਗਾ ਤੇ ਸਖਤ ਕਾਰਵਾਈ ਕੀਤੀ ਜਾਏਗੀ। ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओगे बहुत जल्दी जल्दी आओ। जल्दी क्या गया नेट बड़ा पूरा है ठीक है तो वाईफाई मिल गया। हाँ वीर जी तो साइरन लगा के जाओ, पता लगेगा। आ गए
वीडियो बना रहा ਸਾਰੀਆਂ ਨਾਗਰਿਕ ਸੰਗਤਾਂ ਨੇ ਜਿਸ ਤਰੀਕੇ ਨਾਲ ਨਗਰ ਕੀਰਤਨ ਚਲਾਇਆ ਹੈ ਚੱਲੇ ਹਨ ਵਿੱਚ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਬੇਮਿਸਾਲ ਹੈ। ਬੇਮਿਸਾਲ ਤਰੀਕੇ ਦੇ ਨਾਲ ਤੁਸੀਂ ਪਿਆਰ ਕਰ ਸਕਦੇ ਹੋ ਆਪ ਦਾ ਸਹਿਯੋਗ ਰਹੇ ਹੋ। ਨਗਰ ਕੀਰਤਨ ਦੀ ਸੰਗਤਾਂ ਨੇ ਵੀ ਜਦੋਂ ਮਨੋਂ ਲਾ ਕੇ ਆਪਣੇ ਜੋ ਸੰਗਤਾਂ ਦਾ ਆਗਮਨ ਕੀਤਾ ਹੈ ਗੁਰੂ ਜੀ ਮਹਾਰਾਜ ਦਾ ਸਤਿਕਾਰ ਕੀਤਾ ਪੰਜ ਪਿਆਰਿਆਂ ਦਾ ਅੱਗੇ ਅੱਗੇ ਸਾਡੀ ਗੱਤਕਾ ਪਾਰਟੀ ਸਾਡੇ ਪਿੰਡ ਦੀ ਕਮਿਊਨਿਟੀ ਹੈ ਉਹ ਹੀ ਚੱਲ ਰਹੀ ਹੈ। तो गुरु का बहुत बहुत धन्यवाद है पिंड कीरकोट संगत का भी। तो अगला समा जो है गुरु भाई नसर जी पहुंचे इस काम वाले मेरे गुआढ़ी भी ने मैं ना सबसे बेनती कर रहा है कि गुरुद्वारा प्रबंध कर बेनती वाहिगुरू जी का खालसा वाहिगुरू जी की फतेह। एक शब्द थोड़े से नंबर तो एक थोड़ा शब्द और बकन हो अच्छा पड़ेगा नहीं ਇੱਥੇ ਹੀ इस जगह रोकना नहीं इतने वाईफाई है बहुत वीक है इधर वाईफाई मिल गया चल रहे वाईफाई मिल गया ना जे रोक सकते रोक लो मैसेज है ਮੈਂ ਉੱਥੇ ਬੜਾ ਵਧੀਆ ਮੈਨੂੰ ਪਤਾ ਉੱਥੇ ਸਟੇ ਲੱਗਣੀ ਨਾ ਸਾਨੂੰ ਨਜ਼ਰ ਆਇਆ ਕਿ ਨੈਟ ਵਾਈਫਾਈ है एक थोड़ा शब्द ਤੇ ਰਿਕਾਰਡ ਸਟਾਰਟ ਕਰ ਉੱਥੇ ਨਹੀਂ ਪਤਾ ਕਿ ਉਹਨੇ ਚਾਲ ਚੱਲੀ ਨਾ ਤੇ ਗੱਤਕੇ ਦੇ ਖਾੜਾ ਲਾ ਲੈਂਦੇ ਨੇ ਲੇਟ ਹੋ ਗਿਆ ਇੱਧਰ ਕਾਲੂ ਵਿੱਚ ਵੀਰ ਜੀ ਇੱਧਰ ਕਾ ਲਓ ਇੱਥੇ ਹੀ ਇੱਧਰ ਕਾ ਲਓ ਉੱਥੇ ਨਹੀਂ ਰੁਕਦੇ ਅੱਗੋਂ ਉਹ ਫਿਰ ਗੱਤਕੇ ਦੇ ਖਾੜਾ ਲਾ ਲੈਂਦੇ ਨਾ ਤਾਂ ਆਪਣਾ ਸੁਨੇਹਾ ਦੇ ਦਿਓ ਗੁਰੂ ਸਾਧ ਸੰਗਤ ਜੀਓ ਆਪ ਜੀ ਵੇਖ ਰਹੇ ਹੋ ਇਹ ਜੋ ਵਿਸ਼ਾਲ ਨਗਰ ਕੀਰਤਨ ਕਲਗੀਧਰ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜੋ ਅੱਜ ਨਗਰ ਕੀਰਤਨ ਜੋ ਨਗਰ ਦੇ ਹੈਡ ਤੋਂ ਸਵੇਰੇ ਚੱਲਿਆ ਸੀ ਔਰ ਸਮੁੱਚੇ ਬਾਰਡਰ ਦੇ ਇਲਾਕੇ ਦੀਆਂ ਸੰਗਤਾਂ ਅਤੇ ਨਾਲ ਦੀ ਨਾਲ ਹੀ ਜੋ ਰਸਤੇ ਦੇ ਵਿੱਚ ਪੜਾਅ ਪੈਂਦੇ ਹਨ ਜਿਹੜਾ ਨਗਰ ਕੀਰਤਨ ਦਾ ਜੋ ਰੂਟ ਸੀ ਜਿੱਥੋਂ ਸਲਾਮ ਚੱਕ ਤੋਂ ਚੱਲ ਦਬਨਾਲ ਪਿੰਡ ਤੋਂ ਚੱਲ ਕੇ ਸਲਾਮ ਚੱਕ ਤੋਂ ਕੋਲਾਂ ਤੋਂ ਕੋਠੀ ਤੋਂ ਮਮਕਾ ਔਰ ਉਸ ਤੋਂ ਬਾਅਦ ਨਗਰ ਕੀਰ ਪਿੰਡ ਵਿਖੇ ਹੁੰਦਿਆਂ ਹੋਇਆ ਇਹ ਨਗਰ ਕੀਰਤਨ ਜਿਹੜਾ ਬਾਇਆ ਟਾਂਡਾ ਦੇ ਰਾਹੀਂ ਨਿਕਲਦਾ ਹੋਇਆ ਨਗਰ ਚੋਹਾਲਾ ਅਤੇ ਫਿਰ ਉਸ ਤੋਂ ਬਾਅਦ ਚੱਕ ਮੁਹੰਮਦ ਯਾਰ ਤੋਂ ਹੁੰਦਾ ਹੋਇਆ ਇਸ ਦਾ ਜਿਹੜਾ ਅਖੀਰਲਾ ਪੜਾਅ ਵਾਪਸ ਫਿਰ ਦਬਨਾਲ ਤੱਕ ਪਹੁੰਚੇਗਾ। ਸੋ ਆਪ ਜੀ ਨੇ ਵੇਖਿਆ ਕਿ ਕਿਤਨਾ ਕੁ ਉਤਸ਼ਾਹ ਹੈ ਸੰਗਤ ਦੇ ਅੰਦਰ ਜਿੱਥੇ ਛੋਟੇ ਬੱਚੇ ਮਾਤਾਵਾਂ ਬਜ਼ੁਰਗ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਤੇ ਅੱਜ ਇਸ ਤਿਉਹਾਰ ਨੂੰ ਨਤਮਸਤਕ ਹੋਏ ਨੇ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਸੰਗਤਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਅੱਜ
ਗੁਰੂ ਦੀਆਂ ਸੰਗਤਾਂ ਨੇ ਆਪਣੇ ਦਸਵੰਧ ਇਕੱਤਰ ਕਰਕੇ ਅਤੇ ਉੱਥੋਂ ਦੀਆਂ ਨਗਰ ਜਿਹੜੀ ਕਮੇਟੀਆਂ ਹਨ ਜੋ ਰਸਤੇ ਦੇ ਵਿੱਚ ਗੁਰੂ ਘਰ ਪੈਂਦੇ ਨੇ ਜਾਂ ਨਗਰਾਂ ਦੀਆਂ ਕਮੇਟੀਆਂ ਹਨ ਜੋ ਪਤਵੰਤੇ ਸੱਜਣ ਹਨ ਉਹਨਾਂ ਸਾਰਿਆਂ ਨੇ ਮਿਲ ਕੇ ਤੇ ਅੱਜ ਸੰਗਤਾਂ ਦੇ ਜੋ ਖਾਣ ਪਾਣ ਦਾ ਇੰਤਜ਼ਾਮ ਚੱਪੇ ਚੱਪੇ ਤੇ ਕੀਤਾ ਹੋਇਆ। ਇੱਕ ਬਹੁਤ ਹੀ ਉਤਸ਼ਾਹ ਭਰਿਆ ਮਾਹੌਲ ਅਸੀਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਵੇਖ ਰਹੇ ਹਾਂ। ਸੋ ਇਹ ਇੱਕ ਰੋਲ ਮਾਡਲ ਹੈ, ਇਹ ਇੱਕ ਜੀਵਨ ਜਾਂਚ ਹੈ ਜਿਹੜੀ ਅਸੀਂ ਸਾਰਿਆਂ ਨੇ ਸਿੱਖਣੀ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਆਪਾਂ ਦੇਖਦੇ ਹਾਂ, ਇਹ ਜੋ ਨਗਰ ਕੀਰਤਨ ਇਹ ਜਿਹੜੇ ਦਿਹਾੜੇ ਚੱਲਦੇ ਨੇ, ਕਿਉਂਕਿ ਪਿਛਲੇ ਦਿਨਾਂ ਜਿੱਥੇ ਸਿੱਖ ਕੌਮ ਲਗਾਤਾਰ ਸਫ਼ਰੇ ਸ਼ਹਾਦਤ ਦੇ ਨਾਲ ਜੁੜਦੀ ਆਈ ਹੈ। ਪਿਛਲੇ ਦਿਨਾਂ ਆਪਾਂ ਦੇਖਿਆ ਕਿ ਸਫ਼ਰੇ ਸ਼ਹਾਦਤ ਦੇ ਵਿੱਚ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪਰਵ ਆਪਾਂ ਮਨਾ ਰਹੇ ਸਨ ਤੇ ਹਰ ਇੱਕ ਸਿੱਖ ਦਾ ਹਿਰਦਾ ਜਿਹੜਾ ਸੀ ਉਹ ਨਮ ਸੀ, ਅੱਖਾਂ ਦੇ ਵਿੱਚੋਂ ਜਿਹੜਾ ਜਲ ਸੀ ਉਹ ਰਿਸ ਰਿਹਾ ਸੀ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਤਨਾ ਲਸਾਨੀ ਸ਼ਹਾਦਤ ਭਰਿਆ ਜੋ ਇਤਿਹਾਸ ਆਪਾਂ ਸਰਵਨ ਕਰ ਰਹੇ ਸੀ। ਪਰ ਉਸ ਤੋਂ ਬਾਅਦ ਜਦੋਂ ਇਹ ਦਿਹਾੜਾ ਸਾਡੇ ਸਾਹਮਣੇ ਆਉਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜੋ 2003 ਦੇ ਵਿੱਚ ਲਾਗੂ ਹੋਇਆ ਸੀ, ਇਸ ਕੈਲੰਡਰ ਦੇ ਮੁਤਾਬਕ ਜਦੋਂ ਇਹ ਦਿਹਾੜਾ ਅੱਜ ਸਮੁੱਚੀਆਂ ਸੰਗਤਾਂ ਮਨਾ ਰਹੀਆਂ ਨੇ, ਮੈਂ ਅੱਜ ਇੱਕ ਸੁਨੇਹਾ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਇਸ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਕਿ ਜੋ ਆਪਾਂ ਇਹ ਦਿਹਾੜਾ ਮਨਾ ਰਹੇ ਹਾਂ, ਤੁਸੀਂ ਦੇਖੋ ਕਿ ਜੇਕਰ ਆਪਾਂ ਬਿੱਪਰ ਦੇ ਉਸ ਕੈਲੰਡਰ ਨੂੰ ਮੁੱਖ ਰੱਖ ਕੇ ਇਹ ਦਿਹਾੜਾ ਮਨਾਈਏ ਤੇ ਫਿਰ ਸਾਡੇ ਕੋਲ 2022 ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਰਵ 2 ਵਾਰ ਆ ਜਾਂਦਾ। ਮੈਂ ਫਿਰ ਦੁਹਰਾਉਣ ਲੱਗਾ ਸਾਧ ਸੰਗਤ ਜੀ, ਤੁਸੀਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਵਿਚਾਰ ਕਰਨੀ ਹੈ ਕਿ ਜੇਕਰ ਇਸ ਵਾਰ 9 ਤਰੀਕ ਨੂੰ ਆ ਰਿਹਾ ਤੇ ਨਾਲ ਦੀ ਨਾਲ ਹੀ ਐਸੇ ਹੀ ਸਾਲ ਦੇ ਵਿੱਚ 29 ਤਰੀਕ ਜਾਂ 27 ਤਰੀਕ ਨੂੰ ਫਿਰ ਆ ਰਿਹਾ ਹੈ। 2022 ਦੇ ਵਿੱਚ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 2 ਵਾਰ ਪਰਵ ਆ ਰਿਹਾ ਤੇ ਜਦੋਂ ਅਸੀਂ 23 ਦੀਆਂ ਤਰੀਖਾਂ ਵੇਖਦੇ ਹਾਂ, ਜਦੋਂ 2023 ਆਵੇਗਾ, ਸਮੁੱਚੇ ਸਾਲ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜੇ ਦੇ ਸਾਨੂੰ ਦਰਸ਼ਨ ਨਹੀਂ ਹੋਣਗੇ। ਸੋ ਇਹ ਜਿਹੜੇ ਹਾਸੋ ਹੋਣੀ ਅੱਜ ਸਿੱਖ ਕੌਮ ਦੇ ਨਾਲ ਹੋ ਰਹੀ ਹੈ, ਜੋ ਸਿੱਖ ਕੌਮ ਦੇ ਨਾਲ ਇਹ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ, ਜਿਹੜੇ ਲੋਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਕੁਰਬਾਨੀਆਂ ਇਹਨਾਂ ਨੂੰ ਅੱਜ ਤੱਕ ਨਾ ਸਮਝ ਸਕੇ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਖਾਤਰ ਇਤਨੀਆਂ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਨੂੰ ਲੈ ਕੇ ਤੇ ਜਿਹੜਾ ਇਹ ਬਵਾਲ ਬਣੇ ਹੋਏ ਨੇ, ਮੇਰੀ ਪੰਥ ਦੇ ਸਾਰੇ ਹੀ ਅਹੁਦੇਦਾਰਾਂ ਨੂੰ ਹਰ ਇੱਕ ਨੂੰ ਇਹ ਬੇਨਤੀ ਹੈ ਕਿ ਸਮੁੱਚਾ ਜੋ ਵੀ ਹਨ ਸਾਰੇ ਦੇ ਸਾਰੇ ਪ੍ਰਬੰਧਕ ਜਨ ਜਾਂ ਜਿਤਨੇ ਵੀ ਲੋਕ ਹਨ ਉਹ ਯਤਨ ਕਰਨ ਕਿ ਇਹ ਜਿਹੜਾ ਦਿਹਾੜਾ ਹੈ 5 ਜਨਵਰੀ ਨੂੰ, ਕਿਉਂਕਿ ਜੰਮੂ ਨਗਰ ਕੀਰਤਨ ਜੋ ਹੈ ਇਸ ਵਾਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਵੀ 5 ਤਰੀਕ ਨੂੰ ਇਹ ਦਿਹਾੜਾ ਮਨਾ ਰਹੀ ਹੈ ਤੇ ਸਾਰੇ ਪਾਸੇ 5 ਤਰੀਕ ਨੂੰ ਹੀ ਦਿਹਾੜਾ ਮਨਾਇਆ ਜਾਏ ਅਤੇ ਨਾਲ ਦੀ ਨਾਲ ਜੋ ਕੱਲ 3 ਤਰੀਕ ਨੂੰ ਉਸੇ ਹੀ ਨਗਰ ਕੀਰਤਨ ਦੇ ਰੂਪ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਗੁਰੂ ਨਾਨਕ ਦੇ ਨਗਰ ਤੋਂ, ਜੋ ਗੁਰੂ ਨਾਨਕ ਚਾਂਦਕੌਰ ਨਗਰ ਤੋਂ ਜੋ ਨਿਕਲਣਾ ਹੈ, ਉਸ ਦੇ ਵਿੱਚ ਵੀ ਸਮੁੱਚੇ ਜਿੱਥੇ ਵੀ ਇਹ ਆਵਾਜ਼ ਜਾ ਰਹੀ ਹੈ ਕਿ 10 ਵਜੇ ਤੋਂ ਲੈ ਕੇ ਤੇ ਸ਼ਾਮ ਤੱਕ, ਰਾਤ ਦੇਰ ਤੱਕ ਗੁਰੂ ਨਾਨਕ ਨਗਰ ਵਿਖੇ ਜਦ ਤੱਕ ਇਹ ਜੋ ਨਗਰ ਕੀਰਤਨ ਹੈ ਨਿਕਲਦਾ ਹੈ, ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਮਹਾਨ ਗੁਰਮਤਿ ਮਰਿਆਦਾ ਅਨੁਸਾਰ ਜੋ ਇਹ ਨਗਰ ਕੀਰਤਨ ਕੱਢੇ ਜਾਂਦੇ ਨੇ, ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਦਿਓ। ਔਰ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਆਪਣੇ ਨੌਜਵਾਨਾਂ ਦੇ ਅੱਗੇ, ਜਿੱਥੇ ਆਪਾਂ ਨੇ ਸਬਰ ਦੇ ਨਾਲ, ਸਿਦਕ ਦੇ ਨਾਲ ਅੱਜ ਅਸੀਂ ਆਪਣੇ ਦ੍ਰਿੜ ਇਰਾਦਿਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਆਪਾਂ ਇਹ ਵੀ ਯਤਨ ਕਰਨਾ ਹੈ ਕਿ ਹਰ ਇੱਕ ਨੌਜਵਾਨ ਵੀਰ ਮਾਈ ਭਾਈ ਸਭ ਨੇ ਮਿਲ ਕੇ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਜੀਵਨ ਜਾਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਸੋ ਇਹ ਸੰਗਤਾਂ ਦੇਖੋ ਤੁਸੀਂ ਗੱਡੀਆਂ ਭਰ ਕੇ ਜਾ ਰਹੀਆਂ ਨੇ ਸੰਗਤਾਂ ਦੀਆਂ, ਦੂਰੋਂ ਦਰੇੜੇ ਬਾਰਡਰ ਦੇ ਇਲਾਕਿਆਂ ਦੇ ਵਿੱਚੋਂ ਕਮ ਸੇ ਕਮ 10 ਤੋਂ 15 ਕਿਲੋਮੀਟਰ ਲੰਬਾ ਇਹ ਨਗਰ ਕੀਰਤਨ ਸ਼ਾਇਦ ਅੱਜ ਜੰਮੂ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੋ ਨਿਬੜਿਆ ਹੈ। ਇਹ ਤੁਸੀਂ ਦਰਸ਼ਨ ਕਰੋ, ਇਹ ਸਾਰੀਆਂ ਹੀ ਜਿਤਨੀਆਂ ਵੀ ਗੱਡੀਆਂ ਨਜ਼ਰ ਆ ਰਹੀਆਂ ਨੇ ਇਹ ਸਭ ਉਸੇ ਹੀ ਨਗਰ ਕੀਰਤਨ ਦਾ ਹਿੱਸਾ ਬਣਨ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਇਹ ਚੱਲ ਰਹੀਆਂ ਨੇ ਜਿੱਥੇ ਤੁਸੀਂ ਵਿਸ਼ਾਲ ਇਕੱਠ, ਜਿੱਥੇ ਸਤਿਗੁਰੂ ਜੀ ਦਾ ਜੀਵਨ ਵਿਚਾਰਿਆ ਜਾ ਰਿਹਾ। ਸੋ ਆਓ ਯਤਨ ਕਰੀਏ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਉਹਨਾਂ ਹਾਂਜੀ, ਔਰ ਉਹ ਸਾਰੇ ਦੇ ਸਾਰੇ ਯਤਨ ਕਰੀਏ ਇਕੱਠੇ ਹੋ ਕੇ 5 ਜਨਵਰੀ ਨੂੰ ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪਰਵ ਆ ਰਿਹਾ, ਅਸੀਂ ਉਸ ਨੂੰ ਸਮਰਪਿਤ ਹੋਈਏ ਔਰ ਸਾਰੇ ਮਿਲ ਜੁਲ ਕੇ ਇਸ ਦਿਹਾੜੇ ਨੂੰ ਅਸੀਂ ਮਨਾਈਏ ਤਾਂ ਕਿ ਗੁਰੂ ਨੇ ਜੋ ਸਾਡੇ ਜੀਵਨ ਦੇ ਵਿੱਚ ਸਾਡੇ ਉੱਤੇ ਪਰ ਉਪਕਾਰ ਕੀਤੇ ਨੇ,
ਜਿਹੜੇ ਸਾਨੂੰ ਗੁਰੂ ਨੇ ਆਪਣੇ ਪੁੱਤਰ ਬਣਾ ਕੇ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੇ ਉੱਤੇ ਇਹ ਕਿਰਪਾ ਕੀਤੀ ਕਿ ਸਾਡੇ ਵਾਸਤੇ ਸਾਨੂੰ ਲੱਭਦੇ ਹਨ ਗੁਰੂ ਕਲਗੀਧਰ ਪਿਤਾ ਕਹਿੰਦੇ ਮੈਂ ਲੱਭਦਾ ਫਿਰਦਾ ਅਜੀਤ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਲੱਭਦਾ ਫਿਰਦਾ ਅਜੀਤ ਜੁਝਾਰਾਂ ਨੂੰ। ਜਿਹੜਾ ਅੱਜ ਐਸਾ ਮਾਹੌਲ ਬਣਿਆ ਹੋਇਆ ਜੋ ਆਪਾਂ ਅੱਜ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਦਾ ਜੀਵਨ ਵਿਚਾਰ ਰਹੇ ਹਾਂ, ਦੁਨੀਆ ਦੇ ਨਾਲ ਇਹ ਸਾਂਝ ਪਾ ਰਹੇ ਹਾਂ ਕਿ ਕਿਸੇ ਵੀ ਧਰਮ ਦੀ ਖਾਤਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਾਵਨ ਪਵਿੱਤਰ ਜੋ ਸਰਵੰਸ ਸੀ ਸਾਡੇ ਤੋਂ ਬਾਹਰ ਨਾ ਕਰ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਨਾ ਉਸ ਵੇਲੇ ਹੁੰਦੀ ਤੇ ਸ਼ਾਇਦ ਅੱਜ ਇਸ ਮੁਲਕ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਖੂਬਸੂਰਤ, ਉਹ ਕਹਿੰਦੇ ਨੇ ਛਾਈ ਜਾਤੀ ਏਕਤਾ ਅਨੇਕਤਾ ਭੁਲਾਈ ਜੇਤੀ। ਜਿਸ ਮੁਲਕ ਨੂੰ ਅੱਜ ਆਪਾਂ ਅਨੇਕਾਂ ਭਾਸ਼ਾਵਾਂ ਅਨੇਕ ਰੰਗ ਰੂਪਾਂ ਦਾ ਮੁਲਕ ਕਹਿੰਦੇ ਆ, ਜਿੱਥਾ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਆਪਾਂ ਜਿਸ ਨੂੰ ਵੇਖਦੇ ਹਾਂ, ਜੇ ਅੱਜ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਕੇ ਉਹ ਮੂਰਤ ਕਰੁਣਾ ਨਿਧਾਨ ਦੀ ਜੇ ਆ ਕੇ ਉਸ ਵੇਲੇ ਇਹ ਪਰ ਉਪਕਾਰ ਨਾ ਕਰਦੀ, ਇਹ ਦੁਨੀਆ ਨੂੰ ਇਹ ਵਾਲਾ ਦਿਨ ਅੱਜ ਦੇਖਣ ਨੂੰ ਨਹੀਂ ਸੀ ਪ੍ਰਾਪਤ ਹੋਣਾ। ਸੋ ਆਓ ਸਾਰੇ ਹੀ ਰਲ ਮਿਲ ਕੇ, ਚਾਹੇ ਮੈਂ ਕੋਈ ਹਿੰਦੂ ਹਾਂ, ਭਾਵੇਂ ਸਿੱਖ ਹਾਂ, ਭਾਵੇਂ ਮੁਸਲਮਾਨ, ਭਾਵੇਂ ਈਸਾਈ ਹਾਂ, ਕਿਸੇ ਵੀ ਧਰਮ ਮਜ਼ਹਬ ਦੇ ਨਾਲ ਅਸੀਂ ਸੰਬੰਧ ਰੱਖਦੇ ਹੋਈਏ, ਪਰ ਜਦੋਂ ਮਨੁੱਖਤਾ ਦੀ ਬਾਤ ਚੱਲੇਗੀ, ਮਨੁੱਖੀ ਹੱਕਾਂ ਦੀ ਗੱਲ ਬਾਰੀ ਆਵੇਗੀ ਤੇ ਸਮਾਜ ਦੇ ਵਿੱਚ ਪਈ ਹੋਈ ਵੰਡੀਆਂ ਨੂੰ ਦੂਰ ਕਰਨ ਦੀ ਬਾਤ ਆਵੇਗੀ, ਊਚ ਨੀਚ ਦੀ ਜੋ ਭਾਵਨਾਵਾਂ ਰੱਖਣ ਵਾਲੇ ਲੋਕ ਸਨ, ਜਦੋਂ ਉਹਨਾਂ ਦੀ ਬਾਤ ਆਵੇਗੀ ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਨੀ ਇਸ ਦੁਨੀਆ ਦੇ ਵਿੱਚ ਕੋਈ ਨਜ਼ਰ ਨਹੀਂ ਆਏਗਾ। ਤਾਂ ਹੀ ਤੇ ਕਵੀ ਅੱਲਾ ਯਾਰ ਖਾਂ ਯੋਗੀ ਨੇ ਬੜੇ ਖੂਬਸੂਰਤ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਥਾਏ। ਉਹ ਕਹਿੰਦੇ ਨੇ ਇਨਸਾਫ ਕਰੇ ਜੀ ਮੇਂ ਜਮਾਨਾ तो यकीन है कह दो कि गुरु गोबिंद सिंह तेरा सानी ही नहीं है। हे गुरु गोबिंद सिंह पातशाह ਤੁਹਾਡਾ ਸਾਨੀ ਇਸ ਦੁਨੀਆ ਦੇ ਵਿੱਚ ਕੋਈ ਦੂਜਾ ਨਹੀਂ ਹੈ। ਔਰ ਸਹੁੰ ਖਾਂਦੇ ਨੇ, ਗਵਾਹੀ ਭਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਥਾਏ। ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ। ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਨੂੰ ਜਿਸ ਵੇਲੇ ਵੇਖਦੇ ਨੇ ਤੇ ਇਹ ਗੱਲ ਸਾਂਝੀ ਕਰਦੇ ਆ, ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਜੀਵਨ ਇੱਕ ਵਿਸ਼ਾਲ ਸਮੁੰਦਰ ਦੀ ਨਿਆਈ ਹੈ ਤੇ ਮੇਰਾ ਜੋ ਦੇਖਣ ਦਾ ਨਜ਼ਰੀਆ ਹੈ ਉਹ ਕੇਵਲ ਤੇ ਕੇਵਲ ਕਿਸ ਤਰ੍ਹਾਂ ਦਾ ਹੈ, ਉਹ ਨਜ਼ਰੀਆ ਇੱਕ ਬੁਲਬੁਲੇ ਦੀ ਨਿਜਾਈ ਹੈ। ਉਹ ਬਿਆਨ ਕਰਦੇ ਨੇ, ਇੱਕ ਗੱਲ ਸਾਂਝੀ ਕਰਦੇ ਨੇ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੱਝ ਧਾਰ ਕੋ ਜਾਂ ਲਹਿਰ ਕੋ ਦੇਖੇ। ਐਸੇ ਗੁਰੂ ਕਲਗੀਧਰ ਪਿਤਾ ਜਿਨ੍ਹਾਂ ਨੂੰ ਅਸੀਂ ਇਤਿਹਾਸ ਅਤੇ ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਾਂ, ਜਿਨ੍ਹਾਂ ਨੇ ਇੱਕ ਬਚਨ ਸਾਡੇ ਨਾਲ ਸਾਂਝਾ ਕੀਤਾ ਸੀ, ਪਹਿਲੇ ਬਾਪ ਕਟਾਇਆ ਅਬ ਬੇਟੇ ਕਟਾਊਂਗਾ, ਨਾਨਕ का वाग है खूने जिगर से खिलाऊंगा। ऐसे गुरु गोबिंद सिंह पातशाह जी दे पावन पवित्र परब ਨੂੰ ਸਮਰਪਿਤ ਹੋ ਕੇ ਮਹਾਨ ਨਗਰ ਕੀਰਤਨ ਦੇ ਵਿੱਚ ਆਪਾਂ ਸ਼ਾਮਲ ਹੋ ਰਹੇ ਹਾਂ ਅਤੇ ਸਤਿਗੁਰੂ ਜੀ ਦਾ ਜਿਹੜੇ 5 ਜਨਵਰੀ ਨੂੰ ਇਹ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਆ ਰਿਹਾ, ਇਸ ਦੇ ਉੱਤੇ ਪਹਿਰਾ ਦਈਏ ਤਾਂ ਕਿ ਸਤਿਗੁਰੂ ਜੀ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕੀਏ। ਇਤਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇੱਕ ਬੜੀ ਜ਼ਰੂਰੀ ਚੀਜ਼ ਜਿਹੜੀ ਅਸੀਂ ਦੇਖੀ, ਮਾਈਕ ਇਹਨਾਂ ਨੇ ਆਪ ਇਸ ਤਰ੍ਹਾਂ ਇਹਨੂੰ ਹੋਸਟ ਵੀ ਕਰ ਦਿੰਦੇ, ਸਮਾਜ ਨੂੰ ਸੇਧ ਵੀ ਦਿੰਦੇ ਰਹਿੰਦੇ ਨੇ ਟਾਈਮ ਤੋਂ। ਇੱਕ ਬਾਣੀ ਦੇ ਰਾਹੀਂ ਰਣਜੀਤ ਵੀਰ ਜੀ ਇੱਕ ਬੜਾ ਅਹਿਮ ਹਿੱਸਾ ਨੇ ਸਾਡੇ ਇੱਕ ਬਾਣੀ ਚੈਨਲ ਦੇ। ਤੇ ਅਸੀਂ ਇੱਕ ਚੀਜ਼ ਦੇਖੀ ਜੋ ਤੁਸੀਂ ਖੁਦ ਕੋਆਰਡੀਨੇਟ ਕਰ ਰਹੇ ਹੋ, ਅਸੀਂ ਸਵੇਰ ਤੋਂ ਕਵਰ ਕਰ ਰਹੇ ਹਾਂ ਪ੍ਰੋਫੈਸ਼ਨਲੀ ਜੋ ਸਾਡਾ ਕੰਮ ਹੈ, ਪਰ ਇੱਕ ਚੀਜ਼ ਦੇਖੀ ਡਿਸਪਲਿਨ ਅਸੀਂ ਦੇਖਿਆ ਬਹੁਤ ਇੱਥੇ ਕਿ ਨੌਜਵਾਨਾਂ 'ਚ ਜਿਹੜਾ ਉਤਸ਼ਾਹ ਹੈ ਪਰ ਉਹ ਇੱਕ ਸਲੀਕੇ ਨਾਲ ਚੱਲ ਰਹੇ ਨੇ। ਔਰ ਇਹ ਨਹੀਂ ਕਿ ਕੋਈ ਹੂਟਿੰਗ ਸ਼ੋਰ ਕਰਕੇ ਜਾਂ ਨਗਰ ਕੀਰਤਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਕੱਲ ਵੀ ਜਿਹੜੀ ਜੋ ਲਾਈਵ ਸੰਗਤਾਂ ਦੇਖ ਰਹੀਆਂ ਸਾਡੇ ਇੱਕ ਬਾਣੀ ਚੈਨਲ ਦੇ ਰਾਹੀਂ, ਉਹਨਾਂ ਨੂੰ ਇਹ ਬੇਨਤੀ ਹੈ ਕਿ ਜੋ ਤੁਸੀਂ ਅੱਜ ਇੱਥੇ ਦੇਖਿਆ ਇਸ ਤਰ੍ਹਾਂ ਹੀ ਕੱਲ ਦੇ ਨਗਰ ਕੀਰਤਨ 'ਚ ਅਸੀਂ ਪਾਰਟਿਸਿਪੇਟ ਕਰੀਏ ਔਰ ਇੱਕ ਸਮੁੱਚੇ ਸੰਸਾਰ ਨੂੰ ਕਿਹਾ ਵਰਲਡ ਵਾਈਡ ਦੇਖਿਆ ਜਾਏ ਕਿ ਸਾਡੇ 'ਚ ਉਹ ਚੀਜ਼ ਹੈ ਜਿਹੜੀ ਇੱਕ ਸਿੱਖ 'ਚ ਹੋਣੀ ਚਾਹੀਦੀ ਹੈ ਕਿ ਅਸੀਂ ਸ਼ੋਰ ਸ਼ਰਾਬਾ ਕਰਕੇ ਨਗਰ ਕੀਰਤਨ ਨੂੰ ਖਰਾਬ ਨਾ ਕਰੀਏ ਔਰ ਜੋ ਬਾਈਕ ਨੂੰ ਅਸੀਂ ਰਾਈਡ ਕਰਨੇ ਆ ਵਿੱਚ ਆ ਕੇ ਡਿਸਟਰਬ ਕਰਨੇ ਆ ਉਹ ਨਾ ਕਰੀਏ। ਤੇ ਵੀਰ ਜੀ ਤੁਸੀਂ ਇਹ ਜੋ ਅੱਜ ਉਹਦੇ ਬਾਰੇ ਵੀ ਕੁਝ ਕਹਿ ਦਿਓ ਕਿ ਜੋ ਤੁਸੀਂ ਇਹਨੇ ਡਿਸਪਲਿਨ ਨਾਲ ਨਗਰ ਕੀਰਤਨ ਚਲਾਇਆ। ਬਿਲਕੁਲ, ਮੈਂ ਸੁਨੇਹਾ ਇੱਕ ਰੋਲ ਮਾਡਲ ਦੇ ਰੂਪ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਨੂੰ ਔਰ ਖਾਸ ਕਰਕੇ ਜਿੱਥੇ ਵੀ ਵਿਸ਼ਾਲ ਨਗਰ ਕੀਰਤਨ ਨਿਕਲ ਰਹੇ ਨੇ ਉੱਥੋਂ ਦੇ ਸਥਾਨਕ ਭਾਵੇਂ ਉੱਥੇ ਕੋਈ ਵੀ ਆ ਕੇ ਪਾਰਟਿਸਿਪੇਟ ਕਰੇ, ਮੈਂ ਉਹਨਾਂ ਨੂੰ ਇਸ ਨਗਰ ਕੀਰਤਨ ਦੇ ਰਾਹੀਂ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਕਿ ਜਿਤਨੇ ਡਿਸਿਪਲਿਨ ਦੇ ਤੌਰ ਦੇ ਉੱਤੇ ਸਾਡੇ ਨੌਜਵਾਨ ਵੀਰਾਂ ਨੇ ਅੱਜ ਪ੍ਰਦਰਸ਼ਨ ਕੀਤੇ ਨੇ,
ਆਪਣੀ ਗੱਲ ਵੀ ਕਹਿ ਰਹੇ ਨੇ, ਗੁਰ ਦਾ ਇਤਿਹਾਸ ਵੀ ਸਾਂਝਾ ਕਰ ਰਹੇ ਨੇ ਤੇ ਨਾਲ ਦੀ ਨਾਲ ਕਿਸੇ ਨੂੰ ਕੋਈ ਛਤੀ ਪਹੁੰਚਾਉਣ ਦੀ ਯਤਨ ਨਹੀਂ ਕੀਤਾ ਜਾ, ਨਾ ਕਿਸੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਕਿਉਂਕਿ ਸਤਿਗੁਰੂ ਜੀ ਨੇ ਮਨੁੱਖੀ ਹੱਕਾਂ ਦੀ ਖਾਤਰ ਔਰ ਨਾ ਕੋ ਵੈਰੀ ਨਹੀਂ ਵੇਗਾਨੇ ਦੇ ਕਨਸੈਪਟ ਨੂੰ ਲੈ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੀਵਨ ਸੀ, ਸ਼ਹਾਦਤਾਂ ਸਨ। ਮੇਰੇ ਸਤਿਗੁਰੂ ਜੀ ਨੇ ਜੋ ਸੂਰਮੇ ਦੀਆਂ ਪਰਿਭਾਸ਼ਾ ਦਿੱਤੀਆਂ ਸਨ ਨਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਹੀਤ ਹੈ ਸੂਰਾ, ਉਹ ਸੂਰਮੇ ਦੀ ਪਰਿਭਾਸ਼ਾ ਮੇਰੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਦਿੱਤੀ ਸੀ। ਤੇ ਕਿਉਂਕਿ ਪ੍ਰੇਮ ਦੀ ਖੇਡ ਖੇਡਣ ਦਾ ਜੋ ਸਤਿਗੁਰੂ ਜੀ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਹੜਾ ਪ੍ਰੇਮ ਦੀ ਖੇਡ ਮੇਰੇ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ, ਇਹ ਪ੍ਰੇਮ ਦੀ ਖੇਡ ਸਤਿਗੁਰੂ ਜੀ ਨੇ ਜੰਗ ਦੇ ਮੈਦਾਨ ਵਿੱਚ ਵੀ ਵਰਤਾਈ ਹੈ। ਇਹੋ ਹੀ ਪ੍ਰੇਮ ਦੀ ਖੇਡ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਵੀ ਛੋਟੇ ਸਾਹਿਬਜ਼ਾਦੇ ਨੇ ਇਹ ਗੱਲ ਹੀ ਆਖੀ ਸੀ, ਹਮ ਜਾਨ ਦੇ ਕੇ ਔਰੂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਂਵ ਹਮ ਹੈ ਸਰੂ पे ਉਠਾ ਚਲੇ। ਉਹ ਸਰ ਦੇ ਉੱਤੇ ਉਠਾ ਕੇ ਸਿੱਖੀ ਦੀ ਨੀਂਵ ਬਣ ਕੇ ਉਹ ਸਾਹਿਬਜ਼ਾਦੇ ਹੋ ਨਿਬੜੇ ਨੇ। ਅਸੀਂ ਆਓ ਯਤਨ ਕਰੀਏ, ਉਸ ਪਾਵਨ ਪਵਿੱਤਰ ਧਰਤੀ ਨੂੰ ਯਾਦ ਕਰੀਏ ਜਿਸ ਧਰਤੀ ਦੇ ਉੱਤੇ ਗੁਰੂ ਕੇ ਸਿੰਘਾਂ ਦਾ, ਗੁਰੂ ਕੇ ਸਾਹਿਬਜ਼ਾਦਿਆਂ ਦਾ ਉਸ ਵੇਲੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ, ਜਿਸ ਧਰਤੀ ਨੂੰ ਅਸੀਂ ਅੱਜ ਦੁਨੀਆ ਦੇ ਵਿੱਚ ਬੜੇ ਮਾਣ ਤੇ ਸਤਿਕਾਰ ਨਾਲ ਕਹਿੰਦੇ ਆ ਕਿ ਇਸ ਜਿਹਨੂੰ ਹਕੀਮ ਅੱਲਾ ਯਾਰ ਖਾਨ ਜੋਗੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਬੜਾ ਖੂਬਸੂਰਤ ਲਿਖਿਆ, ਔਰ ਲਿਖਣ ਸ਼ੈਲੀ ਉਹਨਾਂ ਦੀ ਇਤਨੀ ਕਮਾਲ ਦੀ ਸੀ, ਕੁਝ ਲੱਭਦਾ ਹੀ ਨਹੀਂ ਉਹਨਾਂ ਨੂੰ ਹੋਰ। ਕਿਉਂਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਅਸੀਂ ਪੜ੍ਹ ਲਈਏ, ਵਿਚਾਰ ਲਈਏ, ਫਿਰ ਉਸ ਤੋਂ ਬਾਅਦ ਕੋਈ ਗੁੰਜਾਇਸ਼ ਬਚਦੀ ਨਹੀਂ ਹੈ। ਤੇ ਫਿਰ ਉਹਨਾਂ ਨੇ ਅਖੀਰ ਦੇ ਵਿੱਚ ਇੱਕ ਗੱਲ ਲਿਖੀ ਸੀ, ਉਹ ਕਹਿੰਦੇ ਨੇ ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ लिए, ਕਟਾਏ ਬਾਪ ਨੇ ਜਹਾਂ ਬੱਚੇ ਖੁਦਾ ਕੇ लिए। ਕਹਿੰਦੇ ਇੱਕੋ ਹੀ ਤੀਰਥ ਹੈ ਇਸ ਧਰਤੀ ਦੇ ਉੱਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰਾਂ ਨੂੰ ਉਹ ਜਿਸ ਧਰਤੀ ਦੇ ਉੱਤੇ ਕੁਰਬਾਨ ਕਰ ਦਿੱਤਾ। ਕਿਹਦੇ ਵਾਸਤੇ? परमात्मा परमेश्वर कुदरत दी बनाए हुए निज़मां दी राखी दी खातर। कटाए बाप ने जहां बच्चे खुदा के लिए, ऐसी जगह दे उत्ते ते उत्थे सतगुरु जी दे परथाए साहिबजादियां दे परथाए वो कहंदे ने उस पावन धरती नूं नमस्कार करके कहंदे ने कि चमक है मेहर की चमकौर तेरे जर्रों में, जहीं से बन के सितारे गए आसमां के लिए। ਇਹੋ ਜੀ ਪਾਵਨ ਪਵਿੱਤਰ ਧਰਤੀ ਨੂੰ ਨਤਮਸਤਕ ਹੋਈਏ, ਸਤਿਗੁਰਾਂ ਦੇ ਜੀਵਨ ਨੂੰ ਯਾਦ ਕਰੀਏ ਔਰ ਦੁਨੀਆ ਦੇ ਨਾਲ ਸਾਂਝਾ ਕਰੀਏ ਕਿ ਮੇਰੇ ਸਤਿਗੁਰੂ ਜੀ ਨੇ ਕੋਈ ਵਿਤਕਰਾ ਕਿਸੇ ਦੇ ਨਾਲ ਨਹੀਂ ਕੀਤਾ ਸੀ। ਆਓ ਇੱਕ ਪ੍ਰੇਮ ਦਾ ਸੰਦੇਸ਼ ਲੈ ਕੇ ਨਗਰ ਕੀਰਤਨ ਦੇ ਰੂਪ ਵਿੱਚ ਆਪਾਂ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਸਕੀਏ। ਇਹ ਇੱਕ ਪ੍ਰੇਰਨਾ ਅਸੀਂ ਇੱਥੋਂ ਜ਼ਰੂਰ ਲਈਏ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।